ਹੈਲਥ ਟਾਕ ਵਿਦ ਬਲਬੀਰ ਦੇ ਸਾਰੇ ਸਰੋਤਿਆਂ ਨੂੰ ਬਲਬੀਰ ਸੋਹੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਸ਼ੋਅ ਦੇ ਵਿੱਚ ਮੇਰੇ ਨਾਲ ਨੇ ਮੇਰੇ ਕੋ-ਹੋਸਟ ਅਜੇ ਮਲਹੋਤਰਾ। ਸਤਿ ਸ਼੍ਰੀ ਅਕਾਲ। ਤੇ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਇੱਕ ਬੜੇ ਹੀ ਸੰਵੇਦਨਸ਼ੀਲ ਟੌਪਿਕ ਦੇ ਉੱਤੇ, ਬੜੇ ਸੈਂਸਿਟਿਵ ਟੌਪਿਕ ਦੇ ਉੱਪਰ ਕਿ ਕਿਸ ਤਰ੍ਹਾਂ ਸਾਡੇ ਪਰਿਵਾਰਾਂ ਦੇ ਵਿੱਚ ਇਹ ਜੁਆਇੰਟ ਫੈਮਲੀਜ਼ ਦੇ ਵਿੱਚ ਜਿਹੜੇ ਪਰਿਵਾਰ ਹੈਗੇ ਨੇ ਉਹਨਾਂ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ ਬਜ਼ੁਰਗਾਂ ਦੇ ਵਿੱਚ ਤੇ ਆਪਣੇ ਬੱਚਿਆਂ ਦੇ ਵਿੱਚ। ਸੋ ਕਈ ਵਾਰੀ ਕੀ ਹੁੰਦਾ ਈਵਨ ਬਜ਼ੁਰਗਾਂ ਦੇ ਵਿੱਚ ਜਾਂ ਗ੍ਰੈਂਡ ਕਿਡਸ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ। ਸੋ ਉਹ ਸਾਰੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਸਪਾਂਸਰ ਕੀਤਾ ਗਿਆ ਹੈ ਗ੍ਰੇਟ ਸਮਾਈਲਸ ਵੱਲੋਂ। ਅਗਰ ਤੁਹਾਨੂੰ ਕੋਈ ਦੰਦਾਂ ਦੀ ਤੁਸੀਂ ਕਲੀਨਿੰਗ ਵਗੈਰਾ ਕਰਾਉਣੀ ਹੈ ਤੁਸੀਂ ਗ੍ਰੇਟ ਸਮਾਈਲਸ ਨੂੰ ਕਾਲ ਕਰ ਸਕਦੇ ਹੋ। ਸੋ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਸੋ ਅੱਜ ਜਿਵੇਂ ਸਾਡਾ ਟੌਪਿਕ ਹੈ ਕਿ ਕਿਵੇਂ ਐਡਜਸਟਮੈਂਟ ਘਰ 'ਚ ਨਹੀਂ ਹੋ ਰਹੀ, ਕੀ ਪ੍ਰੋਬਲਮਸ ਹੁੰਦੀਆਂ ਤੇ ਕਿਸ ਤਰ੍ਹਾਂ ਉਹਨੂੰ ਸੋਲਵ ਕੀਤਾ ਜਾਏ। ਸਾਡੇ ਨਾਲ ਹੈਗੇ 3 ladies who are very educated and are leaders in their domain in Canada. I'll introduce the first one. We have Mrs. Nirmala Parashar. ਸਾਡੇ ਨਾਲ Nirmala ji is the president for the seniors club ਆਪਣੇ ਏਰੀਆ ਦਾ। She's been a social worker with Air Force in India. ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਜਿੱਤੇ ਸਾਡੇ ਨਾਲ ਸੈਕਿੰਡ ਨੰਬਰ ਤੇ ਹੈਗੇ ਨੇ ਰਮੀਲਾ ਤਾਪੀਆ, ਜਿਹੜੇ ਕਿ ਇੰਡੀਆ ਤੋਂ ਇੱਕ ਰਿਟਾਇਰਡ ਅਸਿਸਟੈਂਟ ਡਿਪਟੀ ਡਾਇਰੈਕਟਰ ਨੇ ਆਡੀਓ ਵਿਜ਼ੂਅਲ ਟੈਕਨੋਲੋਜੀ ਦੇ ਵਿੱਚ। ਤੇ ਇਹ ਬਾਇਓਲੋਜੀ ਸਾਇੰਸ ਦੇ ਕਾਫੀ ਟਾਈਮ ਆਲਮੋਸਟ 30 ਸਾਲ ਇਹ ਟੀਚਰ ਰਹੇ ਨੇ ਤੇ ਕੈਨੇਡਾ ਦੇ ਵਿੱਚ ਆਲਮੋਸਟ 10 ਸਾਲਾਂ ਤੋਂ ਹੈਗੇ ਨੇ ਇੱਕ ਸਕਸੈਸਫੁਲ ਮਦਰ ਇਨ ਲਾਅ ਤੇ ਮਦਰ ਦੇ ਰੂਪ ਦੇ ਵਿੱਚ ਤੇ ਗ੍ਰੈਂਡ ਮਦਰ ਦੇ ਰੂਪ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਮੇਰੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। The third person with us is Raj Bhartiya Sahitya Shri. So Raj ji has written over 8 published books. ਤੇ ਤੁਹਾਡੀ 9ਵੀਂ book under publication ਹੈ। You've written since 1975 ਤੇ ਤੁਹਾਨੂੰ almost 40 ਸਾਲ ਹੋ ਗਏ ਲਿਖਦੇ ਹੋਏ। ਐਂਡ ਤੁਹਾਨੂੰ ਸਾਹਿਤਯ ਸ਼੍ਰੀ ਦਾ ਅਵਾਰਡ ਮਿਲਿਆ ਤੇ ਹੁਣ ਤੁਹਾਨੂੰ 13 ਸਾਲ ਹੋ ਗਏ ਕੈਨੇਡਾ ਰਹਿੰਦੇ ਹੋਏ। ਹਾਂਜੀ, ਅਸੀਂ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਵੈਲਕਮ ਕਰਦੇ ਹਾਂ। ਸ਼ੁਕਰੀਆ ਜੀ, ਬਹੁਤ ਬਹੁਤ। ਮੇਰਾ ਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਤੇ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ। ਤੁਸੀਂ ਮੈਨੂੰ ਪਹਿਲਾਂ ਅਗਰ ਥੋੜ੍ਹਾ ਜਿਹਾ ਦੱਸੋ ਕਿ ਤੁਸੀਂ ਜਿਹੜੇ ਪਰਿਵਾਰ ਦੇ ਵਿੱਚ ਰਹਿ ਰਹੇ ਹੋ ਉਹਦੇ ਵਿੱਚ ਕਿੰਨੇ ਕੁ ਮੈਂਬਰ ਨੇ ਤੇ ਤੁਸੀਂ ਕਿਸ ਤਰ੍ਹਾਂ ਆਪਣੇ ਇੱਕ ਜੁਆਇੰਟ ਫੈਮਿਲੀ ਦੇ ਵਿੱਚ ਆਪਣਾ ਕਰ ਰਹੇ ਹੈਗੇ ਹੋ। ਹਾਂਜੀ, ਮੇਰਾ ਇੱਕ ਬੇਟਾ ਇੱਧਰ ਹੈ, ਉਹਦੀ ਬਹੂ ਆ, ਆਪਣੇ 2 ਉਹਨਾਂ ਦੇ ਲੜਕੇ ਹੈ, ਮੇਰੇ ਹਸਬੈਂਡ ਹੈ। ਅਸੀਂ ਬਹੁਤ ਖੁਸ਼ ਰਹਿ ਰਹੇ। ਮੇਰੇ ਬੱਚੇ ਔਰ ਮੇਰਾ ਗ੍ਰੈਂਡਸਨ ਬਹੁਤ ਜ਼ਿਆਦਾ ਮੇਰੇ ਨਾਲ ਪਿਆਰ ਕਰਦੇ। ਦੈਟਸ ਗੁੱਡ ਟੂ ਹੀਅਰ ਦੈਟ। ਹਾਂਜੀ, ਸੋ ਰਮੀਲਾ ਜੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਮੇਰੇ ਪਰਿਵਾਰ 'ਚ ਮੇਰੇ ਇੱਕ ਬੇਟਾ ਹੈ, ਇਹ ਡਾਟਰ ਇਨ ਲਾ, ਔਰ 2 ਮੇਰੇ ਗ੍ਰੈਂਡ ਚਿਲਡਰਨ ਹੈ। ਦੇ ਆਰ ਸੋ ਨਾਈਸ ਕਿ ਮੈਂ ਜਿੰਨੀ ਵੀ ਤਾਰੀਫ ਕਰਾਂ ਉਨੀ ਘੱਟ ਹੈਗੀ ਹੈ। ਬੜੇ ਐਡਜਸਟੇਬਲ ਹੈਗੇ ਆ ਔਰ ਮੇਰੇ ਹਸਬੈਂਡ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਨੇ ਹਰ ਗੱਲ ਦੇ ਵਿੱਚ। ਸੋ ਮੈਂ ਬੜੀ ਲੱਕੀ ਹਾਂ ਕਿ ਮੈਨੂੰ ਇਹੋ ਜਿਹੇ ਬੱਚੇ ਮਿਲੇ ਨੇ। ਤੇ ਰਾਜ ਜੀ, ਤੁਸੀਂ ਸਾਨੂੰ ਦੱਸੋ ਕਿ ਤੁਹਾਡੀ ਫੈਮਿਲੀ ਜੋ ਜਿਸ ਘਰ 'ਚ ਤੁਸੀਂ ਰਹਿ ਰਹੇ ਹੋ ਨਾਲ ਕਿੰਨੇ ਮੈਂਬਰ ਹੈਗੇ ਹੈ? ਅਸੀਂ ਜੀ 5 ਮੈਂਬਰ ਹੈ, 5 ਮੈਂਬਰ ਹੈ। ਮੇਰਾ ਬੇਟਾ ਹੈ, ਬਹੂ है, 2 ਉਹਨਾਂ ਦੀਆਂ ਲੜਕੀਆਂ और मैं हूँ। तो मैं तो अगर कहूँ मैं कि मेरे बच्चे जो हैं वो कलयुग के पैदा हुए नहीं हैं, वो सतयुग के पैदा हुए इतने अच्छे हैं। लेकिन जब मैं यहाँ न्यूज़पेपर पढ़ती हूँ या रेडियो पे या टेलीविज़न पे सुनती हूँ तब मुझे पता चलता है। और कई क्लब सीनियर क्लबों में भी मैं जाती हूँ, वहाँ भी मतलब बहुत सी प्रॉब्लम बुज़ुर्गों में और बच्चों में मैं सुनती हूँ। तो मुझे मतलब तब एक्सपीरियंस हुआ। अदरवाइज़ जब मैं 13 साल पहले यहाँ आई थी तो मैं पहले दिन जब 15 दिनों के बाद मैं एक क्लब में गई तो वहाँ पर उन्होंने कहा कि आज हमारा बोलने का टॉपिक है तनाव।
तो मैंने कहा मेरे को कहने लगे कि आप भी बोलो तनाव पे। मैंने कहा मैं तो तनाव सुना ही आ जाए, ना मेरे को कोई तनाव है ना मैं इस पे बोल सकती हूँ। तो नॉर्मली तनाव बोलते हैं कि कनाडा में कनाडा आके में आप हर रोज 10 बार सुनते हैं। ये तनाव हो ही जाता है। तो मतलब फिर मेरे वो बहुत पीछे पड़े, तो मैंने कहा मैं थोड़ा सा इसके ऊपर मनन करूँगी और फिर मैं अगली बार ज़रूर बोलूँगी। तो फिर मैंने अपने साथी से जो मुझे लेके गए थे क्लब में, मैंने उनसे बात की कि ये तनाव है क्या चीज़, ये क्यों उठा यहाँ पे। तो उन्होंने मतलब मुझे समझाया कि ऐसे ऐसे मतलब थोड़ा सा ये फ़र्क है बुज़ुर्गों का और बच्चों का। फिर मैं उसके ऊपर एक कविता लिख के ले गई अगली बार, फिर मैंने उनको सुनाया। उसमें मेरी कविता में ये था कि हमने इन बच्चों को पाला पोसा है, अब ये पेड़ बन गया है बड़ा, यानी अपने पैरों पे खड़े हो गए हैं। हाँ जी। तो अब इनकी छाया में बैठने की हमारी उम्र है। हाँ जी। हमें हर तरफ से, हर एंगल से यही बात सोचनी चाहिए कि इस छाया का हम कैसे ज़्यादा से ज़्यादा लाभ उठा सकते हैं। तो मैंने कहा किसी को मेरे ख्याल में तो तनाव रहेगा ही नहीं, ना होगा। तो वो कहने लगे, कहते ये तो बहुत मुश्किल बात है, अभी जितना यहाँ बढ़ गया है ये तनाव आपस में, तो कहता है ये बहुत मुश्किल बात है। सभी बुजुर्ग अगर ऐसा सोचें तो ये हो सकता है, पॉसिबल भी हो सकता है, ऐसी कोई बड़ी बात भी नहीं है। तो इस तरह से मेरा यहाँ प्रॉब्लम आ जाती है कि हम छाया में देखने लग जाते हैं कि यहाँ पर धब्बा क्यों है, यहाँ पर धब्बा क्यों है, ये पूरी छाया क्यों नहीं है। हाँ, जब हम ज्यादा शुरू कर देते मैंने हैं उसमें चीनी ये भी मेरी लाइन थी कि मतलब हमने इनको जितना सभ्याचार सिखाया है हमारी भी गलती है, हमने गुड़ती में इनको जितना भी सभ्याचार दिया है ये उसका इस्तेमाल करते हैं। हो सकता है हमारे में भी इनको कुछ समझाने में कमी रह गई हो। हाँ, तो हमें भी महसूस करना चाहिए कि असल में है क्यों, ऐसा फर्क आता क्यों है। हाँ, कई बार पेरेंट्स रियलाइज नहीं करते कि उन्होंने जब बड़ा किया होता है तो चिल्ला चिल्ला के बड़ा किया होता है, कहते हैं आप बच्चे हम पे क्यों चिल्ला रहे हैं। इसलिए चिल्ला रहे हैं क्योंकि उन्होंने आपको चिल्लाते हुए देखा है, तो उन्होंने वो चीज आपसे सीख ली। ਇੱਥੇ ਮੈਨੂੰ ਇੱਕ ਕਹਾਣੀ ਯਾਦ ਆ ਗਈ, ਇਟਸ ਵੈਰੀ ਇੰਟਰਸਟਿੰਗ। ਇੱਕ ਵਾਰੀ ਕੀ ਹੋਇਆ ਕਿ ਘਰ ਦੇ ਵਿੱਚ ਮਦਰ ਤੇ ਗ੍ਰੈਂਡ ਮਦਰ ਕਹਿ ਲਓ ਕਿ ਬੱਚਾ ਬੈਠਾ ਦੇਖ ਰਿਹਾ ਸੀ, ਉਹਨਾਂ ਦੀ ਆਪਸ 'ਚ ਕੋਈ ਨਿਕਤਾ ਚੀਨੀ ਦੀ ਗੱਲ ਹੋਈ ਤੇ ਲੜਾਈ ਹੋਈ। ਤੇ ਇੱਕ ਦਿਨ ਬਾਅਦ ਬੱਚੇ ਨੇ ਜਾ ਕੇ ਆਪਣੀ ਮਮ ਨੂੰ ਕਿਹਾ ਕਿ ਇਟਸ ਓਕੇ, ਦਾਦੀ ਮਾਂ ਬੜੇ ਨਾਰਾਜ਼ ਨੇ, ਕਿਉਂਕਿ ਹਮੇਸ਼ਾ ਜੀ ਬੱਚਿਆਂ ਦੀ ਆਪਣੇ ਦਾਦੇ ਪੋਤੇ ਦੀ, ਦਾਦੀ ਮਾਂ ਤੇ ਪੋਤੇ ਦੀ ਬੜੀ ਜ਼ਿਆਦਾ ਆਪਸ 'ਚ ਅਟੈਚਮੈਂਟ ਹੁੰਦੀ ਹੈ। ਤੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਫੀਲ ਹੁੰਦਾ ਇਹੋ ਜਿਹੇ ਮਾਹੌਲ ਦੇ ਵਿੱਚ, ਉਹਨਾਂ ਤੇ ਸਭ ਤੋਂ ਜ਼ਿਆਦਾ ਅਫੈਕਟ ਹੁੰਦਾ। ਸੋ ਉਹਨੇ ਜਾ ਕੇ ਆਪਣੀ ਮਦਰ ਨੂੰ ਕਿਹਾ ਕਿ ਛੱਡੋ ਪਰੇ ਮੰਮਾ, ਦਾਦੀ ਮਾਂ 2 ਦਿਨਾਂ ਤੋਂ ਬਹੁਤ ਜ਼ਿਆਦਾ ਵਿਚਾਰੇ ਚੁੱਪਚਾਪ ਬੈਠੇ ਹੈਗੇ ਨੇ ਤੇ ਹੌਲੀ ਹੌਲੀ ਰੋ ਵੀ ਰਹੇ ਸੀਗੇ। ਤੇ ਮਾਂ ਨੇ ਕੀ ਕੀਤਾ ਕਿ ਉਹਨੇ ਇੱਕ ਪੇਜ ਚੱਕਿਆ ਤੇ ਪੇਜ ਨੂੰ ਫਾੜ ਕੇ ਬੱਚੇ ਨੂੰ ਫੜਾ ਦਿੱਤਾ ਕਿ ਇਹਨੂੰ ਤੂੰ ਜੋੜ ਲੈ ਤੇ ਇਹਦੇ 'ਚ ਦੇਖੀ ਕਿ ਇਹ ਪਹਿਲਾਂ ਵਾਂਗੂ ਜੁੜ ਜਾਏਗਾ। ਤੇ 20 ਸਾਲ ਬਾਅਦ ਉਹੀ ਬੱਚਾ ਹੁਣ ਵੱਡਾ ਹੋ ਗਿਆ, ਉਹਦੀ ਨੂੰਹ ਆ ਗਈ ਹੈ, ਉਹਦੀ ਵਾਈਫ ਆ ਗਈ ਹੈ ਤੇ ਉਸ ਮਦਰ ਦੀ ਨੂੰਹ ਆ ਗਈ ਹੈਗੀ ਹੈ। ਸੋ ਉਹਨੇ ਕੀ ਕੀਤਾ ਕਿ ਉਹਨਾਂ ਦੋਨਾਂ ਦੀ ਆਪਸ 'ਚ ਥੋੜੀ ਜਿਹੀ ਨੁਕਤਾਚੀਨੀ ਹੋਈ ਤੇ ਮਾਂ ਆਈ ਬੇਟੇ ਦੇ ਕੋਲੇ ਤੇ ਆ ਕੇ ਕਹਿੰਦੀ ਉਹ ਕਿੱਦਾਂ ਮੂੰਹ ਫੁਲਾ ਕੇ ਬੈਠੀ ਹੋਈ ਹੈ, ਮੈਂ ਉਹਨੂੰ ਕੀ ਕਿਹਾ ਸੀਗਾ, ਬੋਲ ਨਹੀਂ ਰਹੀ, ਗੱਲ ਨਹੀਂ ਕਰ ਰਹੀ ਉਹ ਮੇਰੇ ਨਾਲ। ਤੇ ਬੱਚੇ ਨੇ ਕੀ ਕੀਤਾ, ਉਹਨੇ ਉਹ ਪੇਪਰ ਚੁੱਕਿਆ, ਉਹਨੂੰ ਫਾੜਿਆ ਨਹੀਂ, ਉਹਨੇ ਸਿਰਫ ਉਹਨੂੰ ਇੱਦਾਂ ਦਾ ਗੋਲ ਕੀਤਾ ਤੇ ਆਪਣੀ ਮਦਰ ਨੂੰ ਫੜਾ ਦਿੱਤਾ। ਕਹਿੰਦਾ ਤੁਸੀਂ ਮੈਨੂੰ ਇੱਕ ਦਿਨ ਪਾੜ ਕੇ ਫੜਾਇਆ ਸੀ ਨਾ, ਮੈਂ ਤਾਂ ਤੁਹਾਨੂੰ ਪਾੜਿਆ ਵੀ ਨਹੀਂ, ਇੱਦਾਂ ਹੀ ਫੜਾ ਰਿਹਾ, ਇਹਨੂੰ ਸਿੱਧਾ ਕਰ ਲਓ। ਸੋ ਉਹ ਚੀਜ਼ ਹੈ ਕਿ ਜਦੋਂ ਰਿਸ਼ਤਿਆਂ ਦੇ ਵਿੱਚ ਜਿਹੜਾ ਤਣਾਅ ਵੱਧ ਜਾਂਦਾ ਹੈ ਉਹ ਵਾਪਸ ਅਸੀਂ ਉਸ ਜਗ੍ਹਾ ਤੇ ਨਹੀਂ ਜਾ ਪਾਉਂਦੇ। ਬਹੁਤ ਮੁਸ਼ਕਿਲ ਹੁੰਦਾ ਹੈ। ਜ਼ਰੂਰਤ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਸਾਨੂੰ ਇੰਨੇ ਕਹਿੰਦੇ ਨੇ ਕਿ ਇਸ ਨਾਰਥ ਅਮਰੀਕਾ ਦੀ ਜਿਹੜੀ ਲਾਈਫ ਹੈਗੀ ਹੈ ਆਲਰੇਡੀ ਬੜੀ ਸਟ੍ਰੈਸਫੁਲ ਹੈਗੀ ਹੈ। ਤੁਸੀਂ ਬਾਹਰ ਕੰਮਾਂ ਕਾਰਾਂ ਤੇ ਸਟ੍ਰੈਸ ਹੈਗਾ ਤੇ ਜੇ ਘਰ ਵੀ ਤੁਹਾਡੇ ਵਿੱਚ ਇੰਨਾ ਜ਼ਿਆਦਾ ਤਣਾਅ ਹੈਗਾ ਸੋ ਉਹ ਡਬਲ ਸਟ੍ਰੈਸ ਕਰ ਦਿੰਦਾ ਤੇ ਉਹਦੇ ਨਾਲ ਸਾਡੀ ਸਿਹਤ ਅਫੈਕਟ ਹੁੰਦੀ ਹੈ। ਹਰ ਤੀਸਰਾ ਬੰਦਾ ਐਂਟੀ ਡਿਪਰੈਸਰ ਦਵਾਈਆਂ ਲੈ ਰਿਹਾ ਹੈ, ਐਂਟੀ ਡਿਪਰੈਸ਼ਨ ਲੈਂਦੇ ਨੇ। ਜੋ ਵੀ ਲੋਕੀ ਸਕਸੈਸਫੁਲ ਹੈਗੇ ਦੇ ਹੈਵ ਅ ਵੈਰੀ हैप्पी फैमिली लाइफ, क्योंकि फैमिली ना केवल उन्होंने सपोर्ट कर रही है
फैमिली इज द सोर्स ऑफ देयर एनर्जी। Yes. और जो जाके बाहर लड़ सकते हो क्यों वर्ल्ड 'ਚ ਸਰਵਾਈਵ ਕਰ ਸਕਦੇ ਕਿ ਪਿੱਛੇ ਫੈਮਿਲੀ એનર્ਜੀ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਨੂੰ ਜਦੋਂ ਤੁਸੀਂ ਸਪੋਰਟ। ਘਰੋਂ ਆਈ ਥਿੰਕ 네ਗੇਟਿਵਿਟੀ ਦੇ ਨਾਲ ਬਾਹਰ ਨਿਕਲਦੇ ਹੋ, ਖਿੱਚੇ ਹੋਏ ਮੂਡ ਦੇ ਵਿੱਚ ਬਾਹਰ ਨਿਕਲਦੇ ਹੋ ਤੁਸੀਂ। ਮੈਨੂੰ ਨਹੀਂ ਲੱਗਦਾ ਕਿ ਅਗਰ ਅਸੀਂ ਇਸ ਤਰ੍ਹਾਂ ਬਾਹਰ ਜਾ ਰਹੇ ਹੈਗੇ ਹਾਂ ਤੇ ਅਸੀਂ ਆਪਣੇ ਅੱਗੇ ਜਾ ਕੇ ਬੌਸ ਨਾਲ ਹੱਸਾਂਗੇ, ਉਹਦੇ ਨਾਲ ਚੰਗੀ ਗੱਲਬਾਤ ਕਰਾਂਗੇ ਤੇ ਉਹ ਤੁਹਾਡੇ ਬਾਹਰ ਦੇ ਕੰਮ ਦੇ ਉੱਤੇ ਅਫੈਕਟ ਕਰਦਾ। ਸਾਨੂੰ ਲੋਕਾਂ ਨੂੰ ਮਤਲਬ ਬੀਇੰਗ ਅ ਮਦਰ ਇਨ ਲਾ ਜਾਂ ਇਨ ਲਾਜ਼ ਜਾਂ ਮਦਰ ਹੈਗੇ ਆ, ਉਹਨਾਂ ਨੇ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਬੱਚੇ ਇੱਥੇ ਬੜਾ ਹਾਰਡ ਵਰਕ ਕਰਨਾ ਪੈਂਦਾ ਉਹਨਾਂ ਨੂੰ, ਔਰ ਹਾਰਡ ਵਰਕ ਕੇ ਬੱਚਿਆਂ ਨੂੰ ਇੰਨਾ ਸਟ੍ਰੈਸ ਹੈਗਾ, ਔਰ ਜਿਸ ਵਕਤ ਉਹ ਘਰ ਆਉਂਦੇ ਨੇ ਤੇ ਉਹ ਆਲਰੇਡੀ ਇੰਨੇ ਸਟ੍ਰੈਸ 'ਚ ਹੁੰਦੇ ਆ, ਤੇ ਸਾਨੂੰ ਉਹਨਾਂ ਦਾ ਬਜਾਏ ਕਿ ਸਟ੍ਰੈਸ ਵਧਾਉਣ ਦੇ, ਸਾਨੂੰ ਉਹਨਾਂ ਦਾ ਸਟ੍ਰੈਸ ਦੂਰ ਕਰਨਾ ਚਾਹੀਦਾ ਹੈ। ਉਹਨਾਂ ਨੂੰ ਆ ਕੇ ਤੁਸੀਂ ਅੱਛੇ ਮੂਡ 'ਚ ਮਿਲੋ ਬੱਚਿਆਂ ਨੂੰ, ਬੱਚਿਆਂ ਦਾ ਪੁੱਛੋ ਕੀ ਹਾਲ ਚਾਲ ਹੈ, ਤੁਸੀਂ ਕੈਸਾ ਤੁਹਾਡਾ ਕੰਮ ਰਿਹਾ ਹੈ। ਉਹਨਾਂ ਨੂੰ ਤੁਸੀਂ ਘਰ ਦੇ ਵਿੱਚ ਹਰ ਚੀਜ਼ ਉਹਨਾਂ ਨੂੰ ਪੱਕੀ ਪਕਾਈ ਬਣੀ ਬਣਾਈ ਦਿਓ, ਤੇ ਨੈਚੁਰਲੀ ਬੱਚੇ ਵੀ ਖੁਸ਼ ਹੋ ਜਾਣਗੇ। ਬੱਚੇ ਦੇਖ ਕੇ ਵੀ ਕਹਿਣਗੇ ਵੀ ਚਲੋ ਥੋੜਾ ਜਿਹਾ ਉਹਨਾਂ ਨੂੰ ਅੱਛੀਆਂ ਗੱਲਾਂ ਕਰੋਗੇ ਤਾਂ ਉਹਨਾਂ ਦਾ ਸਟ੍ਰੈਸ ਵੀ ਦੂਰ ਹੋ ਜਾਏਗਾ। ਕਈ ਵਾਰੀ ਵੈਸੇ ਇਹੋ ਜਿਹਾ ਅਗਰ ਪੇਰੈਂਟਸ ਕਰਦੇ ਹੈ ਕਾਫੀ ਟਾਈਮ ਤੱਕ ਕਰਦੇ ਹੈ ਤੇ ਬੱਚਿਆਂ ਨੂੰ ਫॉर ਗ੍ਰਾਂਟਡ ਵੀ ਲੈਣਾ ਸ਼ੁਰੂ ਕਰ ਦਿੰਦੇ ਹੈ। ਉਹ ਵੀ ਹਾਂ ਠੀਕ ਹੈ। ਤੇ ਤੁਹਾਨੂੰ ਕੀ ਲੱਗਦਾ ਅਗਰ ਕੋਈ ਬੱਚਾ ਬਾਹਰੋਂ ਸਟ੍ਰੈਸ ਹੋ ਕੇ ਆ ਰਿਹਾ ਹੈ ਤੇ ਘਰ ਆਪਣੀ ਸਟ੍ਰੈਸ ਕੱਢ ਰਿਹਾ ਹੈ ਤੇ ਉਹ ਗਲਤ ਹੈ। ਉਹ ਗਲਤ ਉਹ ਹੈ ਗਲਤ ਤੇ ਉਹ ਪੇਰੈਂਟਸ ਗਲਤ ਨੂੰ ਹੈ, ਉਹਨੂੰ ਉਹ ਕਿਸ ਠੀਕ ਹੈ, ਤਰੀਕੇ ਆਪਣੇ ਨਾਲ ਮਾਂ-ਬਾਪ ਨੂੰ ਅਪਰੋਚ ਤੁਸੀਂ ਨਹੀਂ ਇਹਨਾਂ ਦੇਖਿਆ ਨੂੰ ਉਹ ਜਿਹਾ ਸਿਨੈਰੀਓ ਪਹਿਲੇ ਕਿਸ ਤਰੀਕੇ ਹਾਂ ਨਾਲ? ਕਈਆਂ ਦੇ ਹੈਗਾ ਵੈਸੇ ਇਸ ਤਰ੍ਹਾਂ, ਤੇ ਉਹ ਆਪਣਾ ਸਟ੍ਰੈਸ ਸਾਰਾ ਪੇਰੈਂਟਸ ਅੱਗੇ ਕਰਦੇ ਨੇ, ਪੇਰੈਂਟਸ ਦੀਆਂ ਗਲਤੀਆਂ ਕਰਦੇ ਰਹਿੰਦੇ, ਤੁਸੀਂ ਇਹ ਗਲਤ ਕਰਤਾ, ਤੁਸੀਂ ਇਹ ਨਹੀਂ ਠੀਕ ਕੀਤਾ। ਸੋ ਉਹਦੇ ਵਿੱਚ ਵੀ ਬੜੀ ਜ਼ਿਆਦਾ ਘਰ ਦੇ ਵਿੱਚ ਟੈਨਸ਼ਨ ਕ੍ਰੀਏਟ ਹੋ ਜਾਂਦੀ ਹੈ, ਬਜਾਏ ਕਿ ਟੈਨਸ਼ਨ ਨੂੰ ਰਿਡਿਊਸ ਕਰਨ ਦੇ ਟੈਨਸ਼ਨ ਵੱਧ ਜਾਂਦੀ ਹੈ ਘਰ ਦੇ ਵਿੱਚ। ਸੋ ਇਹ ਦੋਨੋਂ ਪਰ ਪਾਸੇ ਇੱਥੇ ਸਮਝਦਾਰੀ ਚਾਹੀਦੀ ਹੈ। ਦੀ ਮੈਂ ਇਹ ਕਹਾਂਗੀ ਕਿ ਉੱਥੇ ਥੋੜਾ ਜਿਹਾ ਮਨੋਵਿਗਿਆਨਿਕ ਢੰਗ ਨਾਲ ਵੀ ਸਾਨੂੰ ਚੱਲਣਾ ਚਾਹੀਦਾ ਕਿ ਜਿਸ ਵੇਲੇ ਬੱਚਿਆਂ ਨੂੰ ਗੁੱਸਾ ਆਇਆ ਹੋਇਆ, ਉਹਨਾਂ ਨੇ ਗੁੱਸੇ 'ਚ ਕੁਝ ਕਹਿ ਦਿੱਤਾ, ਤੁਸੀਂ ਥੋੜਾ ਜਿਹਾ ਆਪਣਾ ਮਨ ਨੂੰ ਕੰਟਰੋਲ ਕਰੋ। ਜਦੋਂ ਉਹਨਾਂ ਦਾ ਗੁੱਸਾ ਉਤਰਿਆ ਹੋਵੇ ਫਿਰ ਤੁਸੀਂ ਉਹਨਾਂ ਨੂੰ ਕਲੀਅਰ ਕਰੋ ਕਿ ਵੀ ਤੁਹਾਨੂੰ ਦੇਖੋ ਵੀ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ, ਔਰ ਸਾਨੂੰ ਵੀ ਫੀਲ ਹੁੰਦਾ ਹੈ, ਸਾਨੂੰ ਆਪਣੀ ਬੇਇੱਜ਼ਤੀ ਫੀਲ ਹੁੰਦੀ ਹੈ, ਪੰਜਾਬੀ ਦਾ ਕਹਾਵਤ ਮਹਿਸੂਸ ਹੁੰਦੀ ਹੈ, ਸਾਨੂੰ ਇਸ ਤਰ੍ਹਾਂ ਨਹੀਂ ਬੋਲਣਾ Very ਚਾਹੀਦਾ। important, ਔਰ ਇਸੇ ਤਰ੍ਹਾਂ ਹੀ ਕਿਉਂਕਿ ਉਹਨਾਂ ਨੂੰ ਲੱਗਦਾ ਨਹੀਂ ਹੈ ਕਿ ਪੇਰੈਂਟਸ ਨੂੰ ਵੀ ਬੁਰਾ ਚਾਹੀਦਾ, ਲੱਗਦਾ। ਇਸੇ ਤਰ੍ਹਾਂ ਹੀ ਬੱਚਿਆਂ ਨੂੰ ਵੀ ਚਾਹੀਦਾ ਕਿ ਕਿਸੇ ਵੇਲੇ ਮਤਲਬ ਪੇਰੈਂਟਸ ਨੂੰ ਵੀ ਕਿਸੇ ਗੱਲ ਤੇ ਕੋਈ ਐਸਾ ਮਤਲਬ ਸਟ੍ਰੈਸ ਹੈ ਉਹਨਾਂ ਦੇ ਦਿਮਾਗ 'ਚ, ਜਾਂ ਪਜ਼ਲ ਹੋਏ ਹੈ, ਜਾਂ ਕੋਈ ਉਹਨਾਂ ਨੂੰ ਨਈ ਚੀਜ਼ ਲੱਗਦੀ ਹੈ ਕਿ ਜ਼ਿੰਦਗੀ 'ਚ ਪਹਿਲੀ ਵਾਰ ਅਸੀਂ ਇਦਾਂ ਦੇਖ ਰਹੇ ਹਾਂ, ਤਾਂ ਉਹਨਾਂ ਨੂੰ ਵੀ ਉਸ ਸਿਚੁਏਸ਼ਨ ਨੂੰ ਸਮਝਣਾ ਚਾਹੀਦਾ, ਔਰ ਉਹ ਇਹ ਨਹੀਂ ਕਿ ਇੱਕਦਮ ਹੀ ਉਹਨਾਂ ਤੇ ਬਰਸ ਪੈਣ ਬੱਚਿਆਂ ਤੇ। ਬਿਲਕੁਲ ਜੋ ਨਈ ਚੀਜ਼ ਹੈ ਉਹ ਤਾਂ ਬੜੀ ਆਪਣੇ ਸੱਚੀ ਗੱਲ ਪੇਰੈਂਟਸ ਤੇ ਹੈ। ਬਰਸ ਪੈਣ। ਤਾਂ ਇਸ ਤਰ੍ਹਾਂ ਮਤਲਬ ਇਹ ਇੱਕ ਤਾਰਤਮਯ ਜਿਹੜਾ ਹੁੰਦਾ ਹੈ ਆਪਸ ਦੇ ਵਿੱਚ, ਉਹ ਜ਼ਰੂਰ ਮਹਿਸੂਸ ਕਰਨਾ ਚਾਹੀਦਾ ਦੋਨੋਂ ਹੀ ਧਿਰਾਂ ਨੂੰ। ਹਾਂਜੀ ਤੁਸੀਂ ਇੱਕ ਨੇ ਕਹੇ ਇੱਕ ਨੇ ਮਾਨੇ। ਹਾਂਜੀ ਹੈ ਨਾ? ਨਾਨਕ ਇੱਕ ਕਹੇ ਗੁੱਸੇ ਦੋਨੋਂ 'ਚ ਹੈ, ਗਿਆਨੀ। ਦੂਸਰੇ ਨੇ ਥੋੜਾ ਸ਼ਾਂਤ ਹੋਣਾ ਚਾਹੀਦਾ। ਨਹੀਂ ਇਹਦੇ ਵਿੱਚ ਕਈ ਵਾਰੀ ਕੀ ਹੋ ਜਾਂਦਾ ਹਾਂਜੀ। ਆਂਟੀ ਕਿ ਜਿਹੜਾ ਬੰਦਾ ਬਾਹਰੋਂ ਆਇਆ ਉਹਦੇ ਉੱਤੇ ਬਹੁਤ ਸਟ੍ਰੈਸ ਸੀਗਾ, ਹਾਂਜੀ। ਤੇ ਜਿਹੜਾ ਬਜ਼ੁਰਗ ਘਰੇ ਬੈਠਾ ਹੈਗਾ ਉਹ ਵੀ ਕਈ ਵਾਰੀ ਤਾਂ ਛੋਟੇ ਬੱਚੇ ਹੁੰਦੇ ਨੇ, ਡਾਈਪਰ ਵਾਲੇ ਬੱਚੇ ਹੁੰਦੇ ਨੇ, ਉਹ ਵਿਚਾਰੇ ਉਹਨਾਂ ਨੂੰ ਸਾਰੇ ਦਿਨ ਤੇ ਦੇਖ ਰਹੇ ਨੇ, ਤੇ ਹੋ ਸਕਦਾ ਬਜ਼ੁਰਗ ਦੀ ਅੱਜ ਤਬੀਅਤ ਵੀ ਠੀਕ ਨਾ ਹੋਵੇ, ਉਹਦੇ ਤੋਂ ਸਾਰਾ ਹਾਂਜੀ। ਕੰਮ ਵੀ ਨਹੀਂ ਹੋਇਆ ਘਰ, ਤੇ ਉਹ ਬਾਹਰ ਵਾਲਾ ਸਟ੍ਰੈਸ 'ਚ ਆਇਆ, ਤੇ ਘਰ ਵਾਲੇ ਨੇ ਕਿਹਾ ਕਿ ਲੈ ਮੈਂ ਸਾਰੇ ਦਿਨ ਦੀ ਲੱਗੀ ਹੋਈ ਹਾਂ, ਮੇਰਾ ਸਿਰ ਦੁਖ ਰਿਹਾ ਹੈਗਾ, ਤੇ ਤਾਂ ਵੀ ਉਹਨੇ ਚੰਗੇ ਮੂੰਹ ਨਾਲ ਮੈਨੂੰ ਬੁਲਾਇਆ ਨਹੀਂ। ਤੇ ਉਹ ਜਿਹੜਾ ਬਾਹਰੋਂ ਆਇਆ ਉਹਨੂੰ ਲੱਗਿਆ ਕਿ ਮੈਂ ਬਾਹਰੋਂ ਬੜਾ ਔਖਾ ਆਇਆ ਹੈਗਾ ਤੇ ਮੈਨੂੰ ਇੰਨਾ ਨਹੀਂ ਵਧੀਆ ਬੁਲਾਇਆ ਹੈਗਾ। ਸੋ ਉੱਥੇ ਪ੍ਰੋਬਲਮ ਆ ਜਾਂਦੀ ਹੈ ਕਮਿਊਨੀਕੇਸ਼ਨ, ਕਿ ਅਸੀਂ ਆਪਣੀ ਗੱਲ ਨੂੰ ਕਲੀਅਰ ਹੀ ਨਹੀਂ ਕਰਦੇ ਹੈਗੇ। ਸੋ ਮੈਂ ਤਾਂ ਇਹ ਕਹਾਂਗੀ ਕਿ ਅਗਰ ਤੁਹਾਡੇ ਵਿੱਚ ਕਦੇ ਵੀ ਇਦਾਂ ਦੀਆਂ ਸਿਚੁਏਸ਼ਨਸ ਆਉਂਦੀਆਂ ਨੇ, ਦੋਨੋਂ ਧਿਰਾਂ ਨੂੰ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਉਦੋਂ ਤੱਕ ਜਦੋਂ ਤੱਕ ਤੁਹਾਡਾ ਗੁੱਸਾ ਠੰਡਾ ਨਾ ਹੋਵੇ। ਪਰ ਇਹ ਨਹੀਂ ਹੈ ਕਿ ਗੁੱਸਾ ਠੰਡਾ ਹੋਣ ਨੂੰ ਨਹੀਂ, 10 ਨਹੀਂ। ਦਿਨ ਲੱਗ ਜਾਣਗੇ, ਹੈ ਨਾ? ਗੁੱਸਾ ਜਲਦੀ ਠੰਡਾ ਕਰ ਲੈਣਾ ਚਾਹੀਦਾ। ਗੁੱਸਾ ਜ਼ਿਆਦਾ ਜਲਦੀ ਠੰਡਾ ਠੰਡਾ ਕਰਕੇ ਹੋਣਾ ਤੇ ਦੋਨੋਂ ਚਾਹੀਦਾ। ਗੱਲ ਕਰੋ। ਹਾਂ ਬਿਲਕੁਲ। ਤੇ ਕਮਿਊਨੀਕੇਸ਼ਨ ਇਨਕਰੀਜ਼ ਕਰਨ ਵਾਸਤੇ ਸਾਨੂੰ ਘਰ 'ਚ ਕੀ ਕਰਨਾ ਚਾਹੀਦਾ ਹੈ? ਜਿਵੇਂ ਮੈਨੂੰ ਪਤਾ ਤੁਹਾਡੇ ਘਰ ਤੁਸੀਂ ਨੂੰ ਆਂਦੀ ਹੈ ਰੋਜ਼ ਸ਼ਾਮੀ ਤੇ ਤੁਸੀਂ ਉਹਨੂੰ ਆਵਾਜ਼ ਸਭ ਤੋਂ ਪਹਿਲਾਂ ਦੇ ਦਿੰਦੇ ਹੋ, ਤੇ ਦੱਸੋਗੇ ਸਾਡੇ ਸ਼ਰੋਤਾ ਨੂੰ ਕਿ ਕਿਸ ਤਰ੍ਹਾਂ ਤੁਸੀਂ ਤਿੰਨੋਂ ਟਰਾਈ ਕਰਦੇ ਹੋ ਆਪਣੇ ਘਰ 'ਚ ਕਮਿਊਨੀਕੇਸ਼ਨ? ਮੇਰੀ ਇੱਕ ਹੈ ਕਿ ਖੁਸ਼ ਰਹੋ, ਖੁਸ਼ ਰੱਖੋ ਸਾਰਿਆਂ ਨੂੰ। ਮੈਂ ਮੈਂ ਤਾਂ ਜੀ- ਪਾਰਕ ਦੇ ਵਿੱਚ ਵੀ ਸਭ ਨੂੰ ਇਹੀ ਕਹਿੰਦੀ ਆ, ਕੋਈ ਆਪਣਾ ਦੱਸਦਾ ਗੱਲ ਤਾਂ ਮੈਂ ਸੁਣ ਲੈਂਦੀ ਆ, ਤੁਹਾਨੂੰ ਹਾਸੇ ਦੇ ਵਿੱਚ ਗੱਲ ਪਾ ਦੇਣਾ। ਤੁਸੀਂ ਖੁਸ਼ ਰਹੋ, ਤੁਹਾਡੀ ਜ਼ਿੰਦਗੀ ਵੀ ਵਧੂਗੀ ਇਹਦੇ ਨਾਲ। ਹੁਣ ਦੇਖੋ ਮੈਂ ਵੀ ਤੇ ਤੁਹਾਡੀ 68 ਸਲਾਹ ਆ। ਹੈਗੀ ਹੈ ਕਿ ਹਾਸੇ 'ਚ ਗੱਲ
ਅਸੇ ਕੱਢੋ, ਗੱਲ ਖਤਮ ਜ਼ਿਆਦਾ ਸਟ੍ਰੈਸ ਨਾ ਲਓ। ਜ਼ਿਆਦਾ ਕੋਈ ਕਿਉਂਕਿ ਉਹ ਲੋੜ ਕਹਿੰਦੇ ਨਹੀਂ। ਨੇ ਨਾ ਚਿੰਤਾ ਸਾਡੇ ਚਿੰਤਾ ਬੱਚੇ ਆ, ਬਰਾਬਰ। ਅਗਰ ਹਾਂ। ਕੋਈ ਗਲਤੀ ਵੀ ਕਰਦਾ ਉਹ ਸਾਡਾ ਬੱਚਾ, ਪਹਿਲਾ ਕਸੂਰ ਸਾਡੇ ਤੇ ਆਊਗਾ ਵੀ ਤੂੰ ਕੀ ਅਕਲ ਦਿੱਤੀ ਵੀ ਆਪਣੇ ਬੱਚੇ ਨੂੰ। ਹਾਂ ਠੀਕ ਹੈ, ਜੇ ਬੱਚਾ ਮੇਰਾ ਕੋਈ ਅੱਛਾ ਆ, ਅੱਛੀ ਹੈ ਤਾਂ ਉਹ ਮੇਰੇ ਤੇ ਆਊਗਾ ਵੀ ਇਹਨੇ ਬੱਚੇ ਨੂੰ ਕਿੰਨੀ ਅਕਲ ਸੰਸਕਾਰ ਦਿੱਤੇ ਹੋਏ ਆ ਇਹਨਾਂ ਨੇ। ਆਪਣੀ ਬਹੂ ਨੂੰ ਨਤਾਰੋ, ਬਾਹਰ ਨਿਕਲ ਕੇ ਬਿਲਕੁਲ ਨਾ ਕਰੋ, ਗਲਤੀ ਆ ਤਾਂ ਖਾਣਾ ਕੇ ਉਹਨੂੰ ਕਹਿ ਲਓ ਆਪਣੀ। ਇਹ ਨਹੀਂ, ਬਹੂ ਤਾਂ ਫਿਰ ਵੀ ਡਰ ਜਾਂਦੀ ਹੈ ਵੀ ਜੇ ਕਹਿੰਦੇ ਨੇ ਬਹੂ ਦਾ ਸੱਸ ਦਾ ਲੜਾਈ ਆ, ਸੱਸ ਬਹੂ ਦੀ ਘੱਟ ਆ, ਮਾਂ ਬੇਟੀ ਦੀ ਵੀ ਲੜਾਈ ਆ। ਬਹੂ ਫਿਰ ਡਰ ਜਾਂਦੀ ਆ ਕਿ ਮੈਂ ਆਪਣੇ ਹਸਬੈਂਡ ਤੋਂ, ਆਪਣੇ ਤੋਂ ਡਰ ਜਾਂਦੀ, ਮੈਂ ਦੀ ਮੰਮੀ ਨੂੰ ਇਹ ਲਫ਼ਜ਼ ਬੋਲੂੰਗੀ ਤਾਂ ਬੁਰਾ ਆ, ਤਾਂ ਧੀ ਨੇ ਕਹਿਣਾ ਮੇਰੀ ਮਾਂ ਹੀ ਆ, ਜਿੰਨੇ ਮਰਜ਼ੀ ਜ਼ੋਰ ਨਾ ਬੋਲੋ। ਤਾਂ ਮਾਂ ਨੂੰ ਉਸ ਵੇਲੇ ਬੜਾ ਦੁੱਖ ਲੱਗਦਾ ਵੀ ਮੈਂ ਜਵਾਈ ਦੇ ਘਰ ਬੈਠੀ ਹਾਂ। ਹਾਂ, which brings us to your point, ਤੁਸੀਂ ਕਿਹਾ ਸੀ ਕਿ ਅਗਰ ਤੁਸੀਂ ਗਰਮਾ ਗਰਮੀ ਹੋ ਜਾਂਦੀ ਹੈ ਤੇ ਉਸ ਵੇਲੇ ਤੇ ਸ਼ਾਂਤ ਕਰੋ, ਬਟ ਉਹਦੇ ਬਾਅਦ ਇੱਕ ਵਾਰੀ ਜਾ ਕੇ ਜ਼ਰੂਰ ਉਹਨਾਂ ਨੂੰ ਰਿਅਲਾਈਜ਼ ਕਰਾਓ ਕਿ ਵੀ ਤੁਸੀਂ ਗਲਤ ਸੀ, ਹਾਂ ਗਲਤ ਸੀ। ਹਾਂ, ਕਿ ਸਾਨੂੰ ਵੀ ਬੁਰਾ ਲੱਗਦਾ ਹੈ। ਆਈ ਮੀਨ ਆਪੇ ਹੀ ਰਿਅਲਾਈਜ਼ ਹਾਂ, ਕਰਨਗੇ ਕਿ ਮੈਂ ਸ਼ਾਂਤੀ ਦੇ ਗਲਤ ਨਾਲ ਕੀਤਾ ਗੱਲ ਕਰੋ ਨਾ ਤਾਂ ਫਿਰ ਇੱਕ ਦੋ ਦਿਨ ਉਹ ਬਾਅਦ ਕਰ ਵਾਕਈ ਲਓ ਗੱਲ। ਰਿਅਲਾਈਜ਼ ਕਰਨਗੇ। ਇੱਕ ਦੋ ਦਿਨ ਔਰ ਬਾਅਦ ਦੂਸਰੀ ਭਾਵੇਂ ਗੱਲ ਇਹ ਹੈ ਕਿ ਆਪਸ ਦੇ ਵਿੱਚ ਨਾ ਸ਼ੱਕ ਨਹੀਂ ਹੋਣਾ ਚਾਹੀਦਾ। ਸ਼ੱਕ ਦੇ ਵਿੱਚ ਵੀ ਅਸੀਂ ਮਤਲਬ ਕਈ ਵਾਰ ਗਲਤ ਹੋ ਮੇਰੀ ਚੁਗਲੀ ਕਰਦੀ ਆ, ਨਹੀਂ ਇਹ ਨਹੀਂ। ਜੇ ਤੁਸੀਂ ਸਿੱਧੀ ਤਰ੍ਹਾਂ ਵੀ ਕਿਹਾ ਹੈ ਕਿ ਵੀ ਮੈਂ ਨਹੀਂ ਅੱਜ ਬਾਹਰ ਜਾ ਸਕਦੀ, ਮੇਰਾ ਮੂਡ ਨਹੀਂ ਹੈ, ਤੇ ਮੰਨ ਲਓ ਕਿ ਵਾਕਈ ਨਹੀਂ ਮੂਡ ਹੋਏਗਾ, ਨਹੀਂ ਉਹਦੇ ਉੱਤੇ ਤੁਸੀਂ ਅੱਗੇ ਅੱਗੇ ਜੀਰਾ ਕਰਦੇ ਰਹੋ, ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਹੋਣ, ਫਿਰ ਉਹ ਵੀ ਗੱਲ ਮਤਲਬ ਵੱਧ ਜਾਂਦੀ ਹੈ ਔਰ ਫਿਰ ਉਹ ਸਟ੍ਰੈਸ ਦਾ ਕਾਰਨ ਬਣ ਜਾਂਦਾ। ਸਾਡਾ ਬੜਾ we'll ਇੰਟਰਸਟਿੰਗ continue the ਟੌਪਿਕ conversation. ਸੋ ਅਸੀਂ ਇਸੇ ਤਰ੍ਹਾਂ ਆਪਣੀ ਗੱਲਬਾਤ ਜਾਰੀ ਰੱਖਾਂਗੇ ਤੇ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।